अथ धूम नैन युद्ध कथन। तोमर नैन युद्ध वर्णन। कुलक छंद। देव सु तब गाजिए, तदो देवी गजन लगी। अनहद बाजिए, लगातार वाजे वजन लगे। पई बधाई सब ਨੂੰ खुशी देन वाली, सब सुखदाई ਵਧਾਈ ਹੋਣ ਲੱਗੀ। ਦੁਦੰਪ ਬਾਜੇ, ਧੌਂਸੇ ਵੱਜਣ ਲੱਗੇ। ਸਭ ਸੁਰ ਗਾਜੇ, ਅਤੇ ਸਾਰੇ ਦੇਵਤੇ ਗੱਜਣ ਲੱਗੇ। ਕਰਤ ਵਡਾਈ ਸੁਮਨ ਬਰਖਾਈ, ਸਭ ਦੇਵੀ ਦੀ ਵਡਿਆਈ ਕਰਨ ਲੱਗੇ ਅਤੇ ਦੇਵੀ ਉੱਤੇ ਫੁੱਲਾਂ ਦੀ ਬਰਖਾ ਕਰਨ ਲੱਗੇ। ਕੀਨੀ ਬਹੁ ਅਰਚਾ, ਉਹਨਾਂ ਨੇ ਦੇਵੀ ਦੀ ਬਹੁਤ ਪੂਜਾ ਕੀਤੀ। ਜਸ ਧੁਨ ਚਰਚਾ, ਅਤੇ ਯਸ਼ ਗਾਨ ਕੀਤਾ। ਪਾਇਨ ਲਾਗੇ, ਪੈਰੀ ਲੱਗੇ। ਸਭ ਦੁੱਖ ਭਾਗੇ, ਫਲਸਵਰੂਪ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਗਏ। ਗਾਏ ਜੈ ਕਰਖਾ, ਜਿੱਤ ਦੇ ਛੰਦ ਗਾਉਣ ਲੱਗੇ। ਪੋਹਪਨ ਬਰਖਾ, ਅਤੇ ਫੁੱਲਾਂ ਦੀ ਬਰਖਾ ਕਰਨ ਲੱਗੇ। ਸੀਸ ਨਿਵਾਏ, ਉਹਨਾਂ ਨੇ ਦੇਵੀ ਅੱਗੇ ਸੀਸ ਝੁਕਾਏ। ਸਭ ਸੁਖ ਪਾਏ, ਅਤੇ ਅਜਿਹਾ ਕਰਕੇ ਸਭ ਤਰ੍ਹਾਂ ਦੇ ਸੁੱਖ ਪ੍ਰਾਪਤ ਕੀਤੇ। ਦੋਹਰਾ। ਲੋਪ ਚੰਡਿਕਾ ਜੂ ਪਏ, ਦੈ ਦੇਵਨ ਕੋ ਰਾਜ। ਦੇਵਤਿਆਂ ਨੂੰ ਰਾਜ ਦੇ ਕੇ ਚੰਡਿਕਾ ਜੀ ਲੋਪ ਹੋ ਗਈ। ਬਹੁਰ ਸੁੰਭ ਨੈ ਸੁੰਭ ਦੁਏ, ਦੈਤ ਬੜੇ ਸਿਰ ਤਾਜ। ਫਿਰ ਸ਼ੁੰਭ ਨਿਸ਼ੁੰਭ ਨਾਂ ਦੇ ਦੋ ਦੈਂਤ ਸ਼੍ਰੋਮਣੀ ਬਣ ਕੇ ਜ਼ੋਰ ਪਕੜ ਗਏ। ਚੌਪਈ। ਸੁੰਭ ਨਿਸੁੰਭ ਚੜ੍ਹੇ ਲੈ ਕੇ ਦਲ, ਸ਼ੁੰਭ ਅਤੇ ਨਿਸ਼ੁੰਭ ਫੌਜ ਲੈ ਕੇ ਚੜ੍ਹ ਪਏ। ਅਰ ਅਨੇਕ ਜੀਤੇ ਜਿਨ ਜਲ ਥਲ, ਜਿਨ੍ਹਾਂ ਨੇ ਜਲ ਅਤੇ ਥਲ ਦੇ ਅਨੇਕਾਂ ਵੈਰੀਆਂ ਨੂੰ ਜਿੱਤ ਲਿਆ। ਦੇਵਰਾਜ ਕੋ ਰਾਜ ਛਿਨਾਵਾ, ਜਿਨ੍ਹਾਂ ਨੇ ਇੰਦਰ ਦਾ ਰਾਜ ਖੋਹ ਲਿਆ। ਸੇਸ ਮੁਕਟ ਮਨ ਪੇਟ ਪਠਾਵਾ, ਅਤੇ ਜਿਨ੍ਹਾਂ ਨੂੰ ਸ਼ੇਸ਼ਨਾਗ ਨੇ ਸਿਰ ਦੀ ਮਣੀ ਭੇਟਾਂ ਵਜੋਂ ਭੇਜੀ। ਛੀਨ ਲਿਓ ਅਲਕੇਸ ਭੰਡਾਰਾ, ਜਿਨ੍ਹਾਂ ਨੇ ਕੁਬੇਰ ਅਲਕੇਸ ਦਾ ਖਜ਼ਾਨਾ ਖੋਹ ਲਿਆ। ਦੇਸ ਦੇਸ ਕੇ ਜੀਤ ਨਿਰਪਾਰਾ, ਅਤੇ ਦੇਸ ਦੇਸਾਤਰਾਂ ਦੇ ਰਾਜੇ ਜਿੱਤ ਲਏ। ਜਹਾਂ ਤਹਾਂ ਕਰ ਦੈਤ ਪਠਾਏ, ਉਹਨਾਂ ਨੇ ਜਿੱਥੇ ਕਿੱਥੇ ਦੈਂਤਾਂ ਨੂੰ ਭੇਜਿਆ। ਦੇਸ ਵਿਦੇਸ ਜੀਤੇ ਫਿਰ ਆਏ, ਜੋ ਦੇਸਾਂ ਵਿਦੇਸਾਂ ਨੂੰ ਜਿੱਤ ਕੇ ਪਰਤ ਆਏ। ਦੋਹਰਾ। ਦੇਵ ਸਭੇ ਤਰਾਸਤ ਪਏ, ਮਨ ਮੋਹ ਕੀਓ ਵਿਚਾਰ। ਸਾਰਿਆਂ ਦੇਵਤਿਆਂ ਨੂੰ ਭੈਭੀਤ ਹੋ ਕੇ ਮਨ ਵਿੱਚ ਵਿਚਾਰ ਕੀਤਾ। ਸਰਨ ਪਵਾਨੀ ਕੀ ਸਭੇ, ਪਾਜ ਪਰੇ ਨਿਰਤਾਰ। ਆਖਿਰ ਸਾਰੇ ਨਿਆਸਰੇ ਹੋ ਕੇ ਭੱਜ ਕੇ ਦੇਵੀ ਦੀ ਸ਼ਰਨ ਵਿੱਚ ਜਾ ਪਏ। ਨਰਾਜ ਛੰਦ। ਸੁਤਰਾਸ ਦੇਵ ਭਾਜੀਅਨ, ਦੇਵਤੇ ਡਰ ਨਾਲ ਭੱਜ ਰਹੇ ਸਨ। ਬਸੇਖ ਲਾਜ ਲਾਜਿਅਨ, ਵਿਸ਼ੇਸ਼ ਰੂਪ ਵਿੱਚ ਲੱਜਿਤ ਹੋ ਰਹੇ ਸਨ। ਬਿਸਿਕ ਕਾਰਮਨ ਕਸੇ, ਜ਼ਹਿਰੀਲੇ ਤੀਰਾਂ ਬਿਸਿਕ ਅਤੇ ਕਾਮਾਨਾ ਕਾਰਮਨ ਨੂੰ ਕਸੇ ਹੋਇਆਂ। ਸੁ ਦੇਵੀ ਲੋਕ ਮੋਹ ਬਸੇ, ਦੇਵੀ ਦੇ ਲੋਕ ਵਿੱਚ ਜਾ ਵਸੇ ਸਨ। ਤਬੇ ਪ੍ਰਕੋਪ ਦੇਵ ਹੋਏ, ਤਦੋਂ ਦੇਵੀ ਬਹੁਤ ਕ੍ਰੋਧਵਾਨ ਹੋਈ। ਚਲੀ ਸੁ ਸ਼ਸਤਰ ਅਸਤਰ ਲੈ, ਅਤੇ ਅਸਤਰ ਸ਼ਸਤਰ ਲੈ ਕੇ ਯੁੱਧ ਲਈ ਚੱਲ ਪਈ। ਸੁ ਮੁਦ ਪਾਨ ਪਾਨ ਕੇ, ਖੁਸ਼ੀ ਨਾਲ ਮਦਿਰਾ ਪਾਨ ਨੂੰ ਪੀ ਕੇ। ਗਜੀ ਕਿਰਪਾਨ ਪਾ ਨਿਕਲੈ, ਅਤੇ ਹੱਥ ਵਿੱਚ ਕਿਰਪਾਨ ਲੈ ਕੇ ਗਰਜੀ। ਰਸਾਵਲ ਛੰਦ। ਸੁਣੀ ਦੇਵ ਬਾਣੀ, ਦੇਵਤਿਆਂ ਦੀ ਗੱਲ ਸੁਣ ਕੇ ਚੜ੍ਹੀ ਸਿੰਘ ਰਾਣੀ। ਦੇਵੀ ਸ਼ੇਰ ਉੱਤੇ ਸਵਾਰ ਹੋ ਗਈ। ਸੁਬਨ ਸ਼ਸਤਰ ਤਾਰੇ,
ਉਸਨੇ ਹਰ ਤਰ੍ਹਾਂ ਨਾਲ ਸ਼ੁਭ ਸ਼ਸਤਰਾਂ ਨੂੰ ਧਾਰਨ ਕਰ ਲਿਆ। ਸਭੇ ਪਾਪ ਟਾਰੇ, ਜੋ ਸਭ ਤਰ੍ਹਾਂ ਦੇ ਪਾਪਾਂ ਨੂੰ ਮਿਟਾਉਣ ਵਾਲੇ ਸਨ। ਕਰੋ ਨਦ ਨਾਦਨ, ਦੇਵੀ ਨੇ ਹੁਕਮ ਦੇ ਕੇ ਵੱਡੇ ਨਗਾਰਿਆਂ ਤੋਂ ਨਾਦ ਕਰਵਾਇਆ। ਮਹਾਮਦ ਮਾਦਨ, ਜੋ ਬਹੁਤ ਮਦ ਮਸਤ ਕਰ ਦੇਣ ਵਾਲਾ ਸੀ। ਪਇਓ ਸੰਖ ਸੋਰਨ, ਉਸ ਵੇਲੇ ਸੰਖਾਂ ਦਾ ਸ਼ੋਰ ਹੋਇਆ। ਸੁਣਿਓ ਚਾਰ ਓਰਨ, ਜੋ ਚੌਹਾਂ ਪਾਸੇ ਸੁਣਿਆ ਗਿਆ। ਉੱਤੇ ਦੈਤ ਧਾਏ, ਉਧਰੋਂ ਬਹੁਤ ਵੱਡੀ ਸੈਨਾ ਲੈ ਕੇ ਵੱਡੀ ਸੈਨ ਲਿਆਏ। ਦੈਂਤ ਅੱਗੇ ਵਧੇ। ਮੁਖਨ ਰਕਤ ਨੈਣਨ, ਉਹ ਲਾਲ ਅੱਖਾਂ ਨਾਲ ਬਕੇ ਬੰਕ ਬੈਣਨ, ਮੂੰਹੋਂ ਚੁਭਵੇਂ ਬੋਲ ਬੋਲਣ ਲੱਗੇ। ਚਾਹਨ ਚਾਰ ਟੂਕੇ, ਚੌਹਾਂ ਪਾਸਿਆਂ ਤੋਂ ਫੌਜਾਂ ਨੇੜੇ ਹੋਈਆਂ। ਮੁਖਨ ਮਾਰ ਕੂਕੇ, ਅਤੇ ਸੂਰਬੀਰ ਮੂੰਹੋਂ ਮਾਰੋ ਮਾਰੋ ਬੋਲਣ ਲੱਗੇ। ਲਗੇ ਬਾਣ ਪਾਣਨ, ਉਹਨਾਂ ਨੇ ਹੱਥ ਵਿੱਚ ਤੀਰ, ਸੁਕਾਤੀ ਕਿਰਪਾਣਨ, ਤਲਵਾਰਾਂ ਅਤੇ ਛੁਰੀਆਂ ਲਾਈਆਂ ਹੋਈਆਂ ਸਨ। ਮੰਡੇ ਮੰਦ ਜੰਗਨ, ਉਹ ਜੰਗ ਵਿੱਚ ਜੁਟ ਗਏ। ਪ੍ਰਹਾਰਨ ਖਤੰਗਨ, ਤੀਰਾਂ ਦੀ ਵਰਖਾ ਕਰਨ ਲੱਗੇ। ਕਰਉਤ ਕਟਾਰਨ, ਤਲਵਾਰਾਂ, ਕਰੂਤੀ, ਕਟਾਰਾਂ ਆਦਿ ਸ਼ਸਤਰਾਂ ਦੇ ਵੱਜਣ ਨਾਲ ਉੱਠੀ ਸ਼ਸਤਰ ਚਾਰਨ। ਫੁੱਲਝੜੀਆਂ ਉੱਠਣ ਲੱਗੀਆਂ। ਮਹਾਬੀਰ ਟਾਏ, ਮਹਾਬਲਵਾਨ ਅੱਗੇ ਵਧੇ। ਸਰੋਖਣ ਚਲਾਏ, ਬਹੁਤ ਅਧਿਕ ਤੀਰ ਚਲਾਉਣ ਲੱਗੇ। ਕਰੇ ਬਾਰ ਬੈਰੀ, ਵੈਰੀ ਉੱਤੇ ਇਸ ਤਰ੍ਹਾਂ ਤੀਬਰਤਾ ਨਾਲ ਵਾਰ ਕਰਦੇ ਸਨ। ਫਿਰੇ ਜਯੋ ਗੰਗੈਰੀ, ਜਿਵੇਂ ਜਲ ਭੌਰਾਂ ਗੰਗੈਰੀ ਜਲ ਵਿੱਚ ਤੇਜ਼ੀ ਨਾਲ ਫਿਰਦਾ ਹੈ। ਭੁਜੰਗ ਪ੍ਰਿਆਤ ਛੰਦ, ਉਦਿਤ ਸਟਾਇਨ ਉਤੇ ਸਿੰਘ ਤਾਇਓ। ਉਧਰ ਵਾਲਾ ਜੇ ਗੁੱਛੇ ਵਾਲੀ ਪੂੰਛ ਉੱਚੀ ਕਰਕੇ ਸ਼ੇਰ ਅੱਗੇ ਵਧਿਆ। ਇਤੇ ਸੰਖ ਲੈ ਹਾਥ ਦੇਵੀ ਬਜਾਇਓ, ਇੱਧਰ ਦੇਵੀ ਨੇ ਹੱਥ ਵਿੱਚ ਸੰਖ ਲੈ ਕੇ ਵਜਾਇਆ। ਪੂਰੀ ਚੌਦ ਹੁਅਨ ਰਹਿਓ ਨਾਦ ਪੂਰਨ, ਜਿਸ ਦੀ ਧੁਨੀ 14 ਲੋਕਾਂ ਵਿੱਚ ਗੂੰਜਣ ਲੱਗੀ। ਚਮਕਿਓ ਮੁਖਨ ਜੁਧ ਕੇ ਮਧ ਨੂਰਨ, ਅਤੇ ਦੇਵੀ ਦੇ ਮੁਖ ਵਿਚਲਾ ਨੂਰ ਯੁੱਧ ਭੂਮੀ ਵਿੱਚ ਚਮਕਣ ਲੱਗਾ। ਤਬੇ ਤੁਮ੍ਰ ਨੈਣਨ ਮਚਿਓ ਸ਼ਸਤਰ ਤਾਰੀ, ਤਦੋਂ ਤੁਮ੍ਰ ਨੈਣ ਸ਼ਸਤਰ ਤਾਰ ਕੇ ਯੁੱਧ ਲਈ ਅੱਗੇ ਵਧਿਆ। ਲਏ ਸੰਗ ਜੋਧਾ ਬੜੇ ਬੀਰ ਭਾਰੀ, ਉਸਨੇ ਆਪਣੇ ਨਾਲ ਵੱਡੇ ਯੋਧੇ ਲਏ ਹੋਏ ਸਨ। ਲਇਓ ਬੇੜ ਪਵਨ ਕੀਓ ਨਾਦ ਊਚਨ, ਉਸਨੇ ਪਰਬਤ ਨੂੰ ਘੇਰਾ ਪਾ ਕੇ ਉੱਚਾ ਨਾਦ ਕੀਤਾ। ਸੁਣੇ ਗਰਭਣੀਆਨ ਕੇ ਗਰਭ ਮੁਚਨ, ਜਿਸ ਨੂੰ ਸੁਣ ਕੇ ਗਰਭਵਤੀ ਇਸਤਰੀਆਂ ਦੇ ਗਰਭਪਾਤ ਹੋ ਜਾਂਦੇ ਸਨ। ਸੁਣਿਓ ਨਾਦ ਸ਼ਰਵਣਨ ਕੀਓ ਦੇਵ ਕੋਪਨ, ਦੇਵੀ ਨੇ ਕੰਨਾਂ ਨਾਲ ਨਾਦ ਸੁਣ ਕੇ ਬਹੁਤ ਕ੍ਰੋਧਵਾਨ ਹੋਈ। ਸਜੇ ਚਰਮ ਬਰਮਨ ਤਰੇ ਸੀਸ ਟੋਪਨ, ਅਤੇ ਸਿਰ ਉੱਤੇ ਲੋਹੇ ਦਾ ਟੋਪ ਰੱਖ ਕੇ ਢਾਲ ਅਤੇ ਕਵਚ ਸਜਾ ਲਿਆ। ਪਈ ਸਿੰਘ ਸੁਆਰਨ ਕੀਓ ਨਾਦ ਉੱਚਨ, ਉਹ ਸ਼ੇਰ ਉੱਤੇ ਸਵਾਰ ਹੋ ਗਈ ਅਤੇ ਉੱਚਾ ਨਾਦ ਕੀਤਾ। ਸੁਨੇ ਦੀਹ ਦਾਨਵਾਨ ਕੇ ਮਾਨ ਮੂਚਨ, ਜਿਸ ਨੂੰ ਸੁਣ ਕੇ ਵੱਡੇ ਵੱਡੇ ਰਾਖਸ਼ਾਂ ਦੀ ਹੈਂਕੜ ਨਸ਼ਟ ਹੋ ਗਈ। ਮਹਾਕੋਪ ਦੇਵੀ ਤਸੀ ਸੈਨ ਮਦਨ, ਦੇਵੀ ਬਹੁਤ ਕ੍ਰੋਧਵਾਨ ਹੋ ਕੇ ਸੈਨਾ ਵਿੱਚ ਧਸ ਗਈ। ਕਰੇ ਬੀਰ ਬੰਕੇ ਤਹਾਂ ਅਧ ਅੰਦਨ, ਅਤੇ ਉੱਥੇ ਸਜੀਲੇ ਯੋਧਿਆਂ ਨੂੰ ਅੱਧੋ ਅੱਧ ਵੱਢ ਦਿੱਤਾ। ਜਿਸੇ ਤਾਈ ਕੇ ਸੂਲ ਸੈਥੀ ਪ੍ਰਹਾਰਿਓ, ਜਿਸ ਉੱਤੇ ਵੀ ਦੇਵੀ ਨੇ ਭੱਜ ਕੇ ਤ੍ਰਿਸ਼ੂਲ ਜਾਂ ਸਹਿਤੀ ਚਲਾਈ।
ਤਿਨੇ ਫੇਰ ਪਾਣਨ ਨਾ ਬਾਣਨ ਸੰਭਾਰਿਓ। ਉਸਨੇ ਫਿਰ ਹੱਥ ਵਿੱਚ ਬਾਣ ਨੂੰ ਨਾ ਫੜਿਆ। ਰਸਾਵਲ ਛੰਦ। ਜਿਸੇ ਬਾਣ ਮਾਰਿਓ, ਜਿਸ ਨੂੰ ਵੀ ਦੇਵੀ ਨੇ ਬਾਣ ਮਾਰਿਆ, ਤਿਸੇ ਮਾਰ ਡਾਰਿਓ, ਉਸ ਨੂੰ ਮਾਰ ਸੁੱਟਿਆ। ਜਿਤੇ ਸਿੰਖ ਤਾਇਓ, ਜਿੱਧਰ ਵੱਲ ਸ਼ੇਰ ਜਾਂਦਾ ਹੈ, ਤਿਤੇ ਸੈਨ ਕਾਇਓ, ਉੱਧਰ ਹੀ ਫੌਜ ਨਸ਼ਟ ਹੋ ਜਾਂਦੀ ਹੈ। ਜਿਤੇ ਕਾਈ ਡਾਲੇ, ਜਿਤਨੇ ਵੀ ਦੈਂਤ ਮਾਰੇ ਗਏ, ਤਿਤੇ ਕਾਰ ਕਾਲੇ, ਉਤਨਿਆਂ ਨੂੰ ਹੀ ਪਰਬਤਾਂ ਦੀਆਂ ਦਰਾੜਾਂ ਵਿੱਚ ਸੁੱਟ ਦਿੱਤਾ ਅਥਵਾ ਬੈਕੁੰਠ ਵਾਲੇ ਘਰ ਵਿੱਚ ਭੇਜ ਦਿੱਤਾ। ਸਮੂਹ ਸਤਰ ਆਇਓ, ਜਿਤਨੇ ਵੀ ਵੈਰੀ ਸਾਹਮਣੇ ਆਏ, ਸੋ ਜਾਣੇ ਨਾ ਪਾਇਓ, ਉਹ ਪਰਤ ਨਾ ਸਕੇ। ਜਿਤੇ ਜੁਝ ਰੁੱਝੇ, ਜਿਤਨੇ ਵੀ ਯੁੱਧ ਵਿੱਚ ਲੱਗੇ, ਤਿਤੇ ਅੰਤ ਜੁਝੇ, ਉਹ ਸਾਰੇ ਅੰਤ ਵਿੱਚ ਮਾਰੇ ਗਏ। ਜਿਨੇ ਸ਼ਸਤਰ ਕਾਲੇ, ਜਿਤਨਿਆਂ ਨੇ ਵੀ ਸ਼ਸਤਰ ਫੜੇ ਹੋਏ ਸਨ, ਤਿਤੇ ਮਾਰ ਡਾਲੇ, ਉਤਨਿਆਂ ਨੂੰ ਹੀ ਦੇਵੀ ਨੇ ਮਾਰ ਦਿੱਤਾ। ਤਬੇ ਮਾਤ ਕਾਲੀ, ਤਦੋਂ ਕਾਲੀ ਮਾਤਾ ਅਗਨੀ ਦੇ ਤਪੀ ਤੇਜ ਜੁਵਾਲੀ, ਤੇਜ ਵਾਂਗ ਤਪ ਉੱਠੀ। ਜਿਸੇ ਕਾਵ ਡਾਰਿਓ, ਜਿਸ ਨੂੰ ਉਸਨੇ ਕਾਇਲ ਕੀਤਾ, ਸੋ ਸੁਰੰਗਨ ਸਿਧਾਰਿਓ, ਉਹ ਸੁਵਰਗ ਸਿਧਾਰ ਗਿਆ। ਕਰੀ ਅਦ ਮੰਦਨ, ਦੈਂਤਾਂ ਦੀ ਸਾਰੀ ਸੈਨਾ ਨੂੰ ਹਨਿਓ ਸੈਨ ਸੋਧਨ, ਅੱਧੀ ਘੜੀ ਵਿੱਚ ਮਾਰ ਦਿੱਤਾ। ਹਨਿਓ ਤੁੰਬਰ ਨੈਣਨ, ਤੁੰਬਰ ਨੈਣ ਨੂੰ ਮਾਰ ਦਿੱਤਾ। ਸੁਣਿਓ ਦੇਵ ਗਿਆਨਨ, ਇਹ ਗੱਲ ਦੇਵਤਿਆਂ ਨੇ ਆਕਾਸ਼ ਵਿੱਚ ਸੁਣੀ। ਦੋਹਰਾ। ਭਜੀ ਬਿਰੂਥਨ ਦਾਨਵੀ ਗਈ ਪੂਪ ਕੇ ਪਾਸ। ਦੈਂਤਾਂ ਦੀ ਫੌਜ ਬਿਰੂਥਨੀ ਭੱਜ ਕੇ ਆਪਣੇ ਰਾਜੇ ਕੋਲ ਗਈ। ਤੁੰਬਰ ਨੈਣ ਕਾਲੀ ਹਨਿਓ, ਭਜਿਓ ਸੈਨ ਨਿਰਾਸ, ਅਤੇ ਜਾ ਕੇ ਕਹਿਣ ਲੱਗੀ ਕਿ ਕਾਲੀ ਨੇ ਤੁੰਬਰ ਨੈਣ ਨੂੰ ਮਾਰ ਦਿੱਤਾ ਹੈ ਅਤੇ ਸਾਡੀ ਸੈਨਾ ਨਿਰਾਸ਼ ਹੋ ਕੇ ਭੱਜ ਆਈ ਹੈ। ਇਤੇ ਸ਼੍ਰੀ ਬਚਿੱਤਰ ਨਾਟਕੇ ਚੰਡੀ ਚਰਿਤ੍ਰ ਤੁੰਬਰ ਨੈਣ ਬਦਤ ਦੁਤੀਆ ਧਿਆਈ ਸੰਪੂਰਨਮ ਸਤ ਸ਼ੁਭਮ ਸਤ। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਚੰਡੀ ਚਰਿਤ੍ਰ ਪ੍ਰਸੰਗ ਦੇ ਤੁੰਬਰ ਨੈਣਨ ਬਧ ਨਾਂ ਵਾਲੇ ਦੂਜੇ ਅਧਿਆਇ ਦੀ ਸ਼ੁਭ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।